गुरु तेग बहादुर या सरापाय अफजाल, गुरु तेग बहादुर या सरापाय अफजाल, जीनत याराए महफिल जाहो जलाल, जीनत याराए महफिल जाहो जलाल, गुरु तेग बहादुर या सरापाय अफजाल, गुरु तेग बहादुर या सरापाय अफजाल। ਨਿਰਭਉ ਨਿਰਵੈਰ दयालता दे पुंज, पै काहू को देत नह पैमानत आन दे लखायक, धर्म रखयक मानवता दी चादर, साहिब श्री गुरु तेग बहादुर जी का जन्म, शांति दे पुंज, शीतलता दे सूमे, तत्ती लूह नूं ठारन वाले, शहीदां दे सरताज, पंचम पातशाह श्री गुरु अर्जन देव जी दे घर पोतरे रूप विच वैसाख वदी 5वीं संमत 1678 मुताबिक 1 अप्रैल 1621 ईस्वी नूं माता नानकी जी ते मीरी पीरी दे मालिक गुरु हरगोबिंद साहब जी दे घर गुरु के महल श्री ਅੰਮ੍ਰਿਤਸਰ विखे होया। इन्हां अपने दादे दे पाए पूरनिया उत्ते चलदिया होया शरीर की चादर पा के सारे ही संसार विच हो रहे धर्म का नंगेज ढक लिया। धर्म के रखयक बन धार्मिक आज़ादी का परचम प्रचंड किया। श्री गुरु हरगोबिंद साहब जी की देख रेख हेठ आप दी संसारिक विद्या ते शस्त्र विद्या की सिखलाई का प्रबंध किया गया। भाई गुरदास जी अते बाबा बुढ़ा जी ने अखरी विद्या देन अते भाई जेठा जी ने शस्त्र विद्या ते घोड़सवारी की सिखलाई देने की जिम्मेवारी सौंपी गई। आप दी दयालता की पछाण उन्हां दे 4 साल की उम्र विच ही हो गई सी। जदों बाबा गुरदित्ता जी की शादी वेले आप जी नूं एक नवीं कीमती पोशाक कंगन ते हार पहनाया गया तो आप एक नंगे बालक नूं देख के सारा कुछ उतार के उसनूं दे आए। जद बचपन में ऐसे तरसवान सन तां वडेरी उम्र विच किसी जबरी खत्म किए जा रहे धर्म नूं बचाउण वास्ते अपने शरीर की आहूति किवें नहीं दे सकते सन। 1644 ईस्वी विच जदों श्री गुरु हरगोबिंद साहिब जी ने अकाल चलाना किया तो उन्होंने माता गुजरी जी, माता नानकी जी ते गुरु तेग बहादुर पातशाह जी ने उन्होंने नानके पिंड बकाले चले जाने की हदायत की। इत्थे श्री पूरा साहिब मौजूद है जिथे श्री गुरु तेग बहादुर जी ने 26 साल 9 महीने अते 13 दिन रह के भगती की। बाबे बकाले विच श्री गुरु तेग बहादुर जी नाल संबंधित कुछ होर अस्थान भी हैं जिवें गुरुद्वारा दरबार साहिब बाबा बकाला अते गुरुद्वारा मंजी साहिब बाबा बकाला। गुरुद्वारा दरबार साहिब विखे श्री गुरु तेग बहादुर जी नूं 11 अगस्त 1664 ईस्वी नूं गुरगद्दी देण दी रस्म निभाई गई सी अते गुरुद्वारा मंजी साहिब वह स्थान है जिथे
ਸ਼ੀਂਹੇ ਮਸੰਦ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਉੱਪਰ ਗੋਲੀ ਚਲਾਈ ਸੀ। ਗੁਰਤਾ ਗੱਦੀ ਸੰਭਾਲਣ ਉਪਰੰਤ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਾਂਗ ਜਗਤ ਉਧਾਰਨ ਵਾਸਤੇ ਪ੍ਰਚਾਰਕ ਫੇਰੀਆਂ ਆਰੰਭ ਕੀਤੀਆਂ। ਸਭ ਤੋਂ ਪਹਿਲਾਂ ਆਪ ਸਿੱਖੀ ਦੇ ਕੇਂਦਰੀ ਅਸਥਾਨ ਅੰਮ੍ਰਿਤਸਰ ਵੱਲ ਚੱਲ ਪਏ। ਆਪ 22 ਨਵੰਬਰ 1664 ਨੂੰ ਸ਼੍ਰੀ ਅੰਮ੍ਰਿਤਸਰ ਪਹੁੰਚੇ। ਅੰਮ੍ਰਿਤਸਰ ਦਾ ਪ੍ਰਬੰਧ ਮਿਹਰਬਾਨ ਦੇ ਪੁੱਤਰ ਹਰਜੀ ਦੇ ਹੱਥ ਵਿੱਚ ਸੀ। ਗੁਰੂ ਜੀ ਦਾ ਆਉਣਾ ਸੁਣ ਕੇ ਉਸਨੇ ਦਰਸ਼ਨੀ ਡਿਓੜੀ ਦੇ ਦਰਵਾਜ਼ੇ ਬੰਦ ਕਰਵਾ ਦਿੱਤੇ ਅਤੇ ਆਪ ਚਾਬੀਆਂ ਲੈ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਸ ਚਲਾ ਗਿਆ। ਅਸਲ ਵਿੱਚ ਇਹ ਦੱਸਣਾ ਚਾਹੁੰਦਾ ਸੀ ਕਿ ਉਸਨੇ ਇਹ ਆਪ ਨਹੀਂ ਕੀਤਾ, ਬਾਕੀ ਮਸੰਦਾਂ ਵੱਲੋਂ ਕੀਤਾ ਗਿਆ ਹੈ। ਗੁਰੂ ਪਾਤਸ਼ਾਹ ਜੀ ਉਸ ਦੀ ਦੋਹਰੀ ਚਾਲ ਨੂੰ ਦੇਖਦੇ ਹੋਏ ਆਪ ਅਕਾਲ ਤਖਤ ਸਾਹਿਬ ਲਾਗੇ ਇੱਕ ਥੜੇ ਉੱਪਰ ਬੈਠ ਗਏ, ਜਿਸ ਨੂੰ ਹੁਣ ਥੜਾ ਸਾਹਿਬ ਕਹਿੰਦੇ ਹਨ। ਗੁਰੂ ਜੀ ਨੇ ਸੰਗਤਾਂ ਸਮੇਤ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਦੀਵਾਨ ਥੜਾ ਸਾਹਿਬ ਹੀ ਲਗਾ ਦਿੱਤਾ। ਸ਼ਾਮ ਢਲਦੇ ਆਪ ਜੀ ਵੱਲਾ ਪਿੰਡ ਵਾਲੇ ਪਾਸੇ ਚਲੇ ਗਏ। ਰਸਤੇ ਵਿੱਚ ਆਰਾਮ ਕਰਨ ਲਈ ਜਿਸ ਅਸਥਾਨ ਉੱਤੇ ਬੈਠੇ, ਉੱਥੇ ਅੱਜ ਕੱਲ੍ਹ ਗੁਰਦੁਆਰਾ ਦਮਦਮਾ ਸਾਹਿਬ ਸੁਸ਼ੋਭਿਤ ਹੈ। ਦਮਦਮਾ ਸਾਹਿਬ ਤੋਂ ਚਲਦੇ ਹੋਏ ਪਿੰਡ ਵੱਲਾ ਮਾਈ ਹਰਹਾਂ ਜੀ ਦੇ ਘਰ ਟਿਕਾਣਾ ਕੀਤਾ। ਉਹਨਾਂ ਦੀ ਸੇਵਾ ਬੰਦਗੀ ਤੋਂ ਖੁਸ਼ ਹੋ ਕੇ ਵੱਲਾ ਗੁਰੂ ਕਾ ਗੱਲਾ ਦਾ ਵਰ ਦਿੱਤਾ। ਇੱਥੇ ਹੀ ਅੰਮ੍ਰਿਤਸਰ ਤੋਂ ਮਾਈਆਂ ਭੁੱਲ ਬਖਸ਼ਾਵਣ ਆਈਆਂ ਤਾਂ ਗੁਰੂ ਜੀ ਨੇ ਮਾਈਆਂ ਨੂੰ ਮਾਈਆਂ ਰੱਬ ਰਜਾਈਆਂ ਦਾ ਬਚਨ ਕਰਕੇ ਨਿਵਾਜਿਆ। ਪਿੰਡ ਵੱਲਾ ਤੋਂ ਸੰਗਤਾਂ ਨੂੰ ਤਾਰਦੇ ਹੋਏ ਗੁਰੂ ਸਾਹਿਬ ਪਿੰਡ ਘੁੱਕੇ ਵਾਲੀ ਪਹੁੰਚੇ। ਗੁਰੂ ਸਾਹਿਬ ਜੀ ਨੇ ਇਸ ਅਸਥਾਨ ਤੇ 9 ਮਹੀਨੇ 9 ਦਿਨ ਤੇ 9 ਘੜੀਆਂ ਤਪ ਕੀਤਾ ਤੇ ਭਗਤੀ ਦਾ ਬਾਗ ਲਾਇਆ ਅਤੇ ਗੁਰੂ ਜੀ ਨੇ ਵਰ ਦਿੱਤਾ, ਜਿਹੜਾ ਆਖੂ ਗੁਰੂ ਕਾ ਬਾਗ ਉਸ ਨੂੰ ਲੱਗਣਗੇ ਦੂਣੇ ਪਾਰ। ਸ਼੍ਰੀ ਗੁਰੂ ਤੇਗ ਬਹਾਦਰ ਜੀ ਤਰਨ ਤਾਰਨ, ਹਡੂਰ ਸਾਹਿਬ ਅਤੇ ਗੋਇੰਦਵਾਲ ਤੋਂ ਹੁੰਦੇ ਹੋਏ ਬਿਆਸ ਪਾਰ ਕਰਕੇ ਮਾਲਵਾ ਦੇਸ਼ ਵੱਲ ਚਲੇ ਗਏ। ਆਪ ਜੀ ਨੇ ਲੱਖੀ ਜੰਗਲ ਇਲਾਕੇ ਵਿੱਚ ਇੰਜ ਹੋਕਾ ਦਿੱਤਾ, ਸਾਧੋ ਮਨ ਕਾ ਮਾਨ ਤਿਆਗੋ, ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਹਨਸ ਭਾਗੋ, ਸਾਧੋ ਮਨ ਕਾ ਮਾਨ ਤਿਆਗੋ, ਮਨ ਕਾ ਮਾਨ ਤਿਆਗੋ। ਆਪ ਜੀ ਨੇ ਇੱਕ ਤਾਲਾਬ ਦੇ ਕੰਢੇ ਪੁਰਾਣੀ ਬੇਰੀ ਹੇਠ ਜਾ ਆਸਣ ਲਾਇਆ। ਆਪ ਜੀ ਨੇ ਤਾਲਾਬ ਦੀ ਕਾਰ ਕਢਵਾਉਣ ਦਾ ਹੁਕਮ ਕੀਤਾ ਤੇ ਸਭ ਤੋਂ ਪਹਿਲਾਂ ਆਪਣੇ ਪਾਵਨ ਦੁਸ਼ਾਲੇ ਵਿੱਚ ਕਾਰ ਕੱਢੀ। ਇਸ ਹੀ ਸਰੋਵਰ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਢਾਲਾਂ ਨਾਲ ਕਾਰ ਕੱਢੀ। ਇੱਥੇ ਅੱਜ ਕੱਲ੍ਹ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ 9ਵੀਂ ਅਤੇ 10ਵੀਂ ਸੁਸ਼ੋਭਿਤ ਹੈ। ਗੁਰੂ ਕੀ ਕਾਸ਼ੀ ਸਾਬੋ ਕੀ ਤਲਵੰਡੀ ਵਿਖੇ ਗੁਰਦੁਆਰਾ ਮੰਜੀ ਸਾਹਿਬ ਅਤੇ ਗੁਰਦੁਆਰਾ ਮਾਈਸਰ ਖਾਨਾ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਪਏ ਹਨ। ਸਾਬੋ ਕੀ ਤਲਵੰਡੀ 9 ਦਿਨ ਰਹਿ ਕੇ ਆਪ ਜੀ ਧਰਮ ਦੇ ਕੂਟ ਪੁੱਜੇ ਅਤੇ ਸਾਰਾ ਇਲਾਕਾ ਦਰਸ਼ਨਾਂ ਨੂੰ ਆਇਆ। ਇਸ ਤੋਂ ਅੱਗੇ ਪ੍ਰਚਾਰ ਯਾਤਰਾ ਕਰਦੇ ਹੋਏ 9ਵੇਂ ਪਾਤਸ਼ਾਹ ਦੱਗੋ ਨਾਮ ਦੇ ਚੌਧਰੀ ਦੇ ਪਿੰਡ ਤਮਧਾਨ ਪਹੁੰਚੇ। ਦੱਗੋ ਤੇ ਪਿੰਡ ਵਾਸੀ ਛੇੜੀਆਂ ਗਾਈਆਂ ਮੱਝੀਆਂ ਨੂੰ ਆਪਣੇ ਬਲ ਸਹਾਰੇ ਬਾਹਰ ਪਕੜ ਲੈਂਦੇ, ਜ਼ਬਰਦਸਤੀ ਬੰਨ੍ਹ ਕੇ ਵਛਿਆਂ ਦੇ ਕੁਰਲਾਉਂਦਿਆਂ ਦੁੱਧ ਚੋ ਲੈਂਦੇ ਸਨ। ਮਹਾਰਾਜ ਨੇ ਐਸੀ ਜ਼ਬਰਦਸਤੀ ਨਾਲ ਇਕੱਤਰ ਕੀਤੀ ਭੇਟਾ
ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਭਾਈ ਲਾਲੋ ਜੀ ਦੀ ਵਾਰਤਾ ਸੁਣਾ ਕੇ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਸਭ ਨੇ ਗੁਰੂ ਸਾਹਿਬ ਜੀ ਦੇ ਚਰਨ ਪਕੜ ਖਿਮਾ ਮੰਗੀ। ਦੱਗੋ ਗੁਰੂ ਜੀ ਨੂੰ ਆਪਣੀ ਹਵੇਲੀ ਲੈ ਗਿਆ ਅਤੇ ਨਿਮਰਤਾ ਧਾਰ ਸੇਵਾ ਕੀਤੀ। 1665 ਈਸਵੀ ਦੀ ਵਿਸਾਖੀ ਦਾ ਮੇਲਾ ਧਮਧਾਨ ਵਿੱਚ ਹੀ ਕਰਕੇ ਗੁਰੂ ਤੇਗ ਬਹਾਦਰ ਜੀ ਪਿੰਡਾਂ ਵਿੱਚ ਸੰਗਤਾਂ ਕਾਇਮ ਕਰਦੇ, ਕੇਂਦਰ ਥਾਪਦੇ, ਸਿੱਖਾਂ ਨੂੰ ਪ੍ਰੇਰਨਾ ਕਰਦੇ, ਲੋਕ ਭਲਾਈ ਦੇ ਕਾਰਜ ਨਿਭਾਉਂਦੇ ਤੇ ਉਤਸ਼ਾਹ ਬਖਸ਼ਦੇ ਕੀਰਤਪੁਰ ਸਾਹਿਬ ਪੁੱਜ ਗਏ। ਆਪ ਇੱਕ ਨਵੇਂ ਨਗਰ ਦੀ ਉਸਾਰੀ ਕਰਨਾ ਚਾਹੁੰਦੇ ਸਨ, ਜੋ ਕੁਝ ਦੂਰ ਨਵੇਕਲਾ ਪਹਾੜੀਆਂ ਨਾਲ ਘਿਰਿਆ ਹੋਇਆ, ਕੁਦਰਤੀ ਨਜ਼ਾਰਿਆਂ ਨਾਲ ਰਮਣੀਕ ਅਤੇ ਰਣਨੀਤੀ ਅਨੁਸਾਰ ਅਗੰਮ, ਅਡਿੱਗ ਤੇ ਅਜਿੱਤ ਵੀ ਹੋਵੇ। ਕੀਰਤਪੁਰ ਸਾਹਿਬ ਤੋਂ ਕਹਿਲੂਰ ਦੀ ਰਾਣੀ ਦੀ ਬੇਨਤੀ ਕਰਨ ਤੇ ਆਪ ਬਿਲਾਸਪੁਰ ਪਹੁੰਚੇ। ਇਸ ਰਿਆਸਤ ਦੇ ਰਾਜੇ ਤਾਰਾ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਤੋਂ ਰਿਹਾ ਕਰਵਾ ਕੇ ਸੰਸਾਰੀ ਤੇ ਵਿਕਾਰੀ ਬੰਧਨਾਂ ਤੋਂ ਮੁਕਤ ਕੀਤਾ ਸੀ। ਗੁਰੂ ਸਾਹਿਬ ਜੀ ਨੂੰ ਮਾਖੋਵਾਲ ਦਾ ਪਿੰਡ ਭੇਟ ਕਰਨਾ ਚਾਹਿਆ, ਪਰ ਮਹਾਰਾਜ ਨੇ ਨੀਤੀ ਤੇ ਆਉਣ ਵਾਲੇ ਹਾਲਾਤ ਨੂੰ ਮੁੱਖ ਰੱਖਦਿਆਂ ਬਗੈਰ ਮੁੱਲ ਤਾਰੇ ਥਾਂ ਲੈਣ ਤੋਂ ਇਨਕਾਰ ਕਰ ਦਿੱਤਾ। ਆਪ ਨੇ 500 ਰੁਪਏ ਦੇ ਕੇ ਮਾਖੋਵਾਲ ਦਾ ਪਟਾ ਚੱਕ ਨਾਨਕੀ ਦੇ ਨਾਮ ਕਰਵਾ ਲਿਆ। ਇਸ ਤਰ੍ਹਾਂ ਗੁਰੂ ਸਾਹਿਬ ਕੀਰਤਪੁਰ ਦੇ ਨਜ਼ਦੀਕ ਅਤੇ ਦੂਰ ਅੰਦੇਸ਼ੀ ਸੋਚ ਨਾਲ ਸਿੱਖ ਕੌਮ ਦੇ ਮਹਾਨ ਅਸਥਾਨ ਦਾ ਨਿਰਮਾਣ ਕਰਨ ਦਾ ਨਿਰਣਾ ਕੀਤਾ। 19 ਜੂਨ 1765 ਈਸਵੀ ਮੁਤਾਬਕ 21 ਹਾੜ 1722 ਬਿਕਰਮੀ ਨੂੰ ਨੀਂਹ ਰੱਖਣ ਦਾ ਫੈਸਲਾ ਕੀਤਾ ਗਿਆ। ਨੀਂਹ ਬਾਬਾ ਬੁੱਢਾ ਜੀ ਦੇ ਪੋਤੇ ਬਾਬਾ ਗੁਰਦਿੱਤਾ ਜੀ ਕੋਲੋਂ ਰਖਵਾਈ ਅਤੇ ਸ਼ਹਿਰ ਦਾ ਨਾਮ ਮਾਤਾ ਨਾਨਕੀ ਜੀ ਦੇ ਨਾਮ ਚੱਕ ਨਾਨਕੀ ਰੱਖਿਆ ਗਿਆ। ਮੋੜੀ ਮਾਖੋਵਾਲ ਦੇ ਪੁਰਾਣੇ ਥੇ ਤੇ ਸਹੋਟੇ ਪਿੰਡ ਦੀ ਜ਼ਮੀਨ ਵਿੱਚ ਗੱਡੀ ਗਈ। ਕੁਸ਼ਲ ਕਾਰੀਗਰ ਬੁਲਵਾ ਕੇ ਨਗਰ ਦੀ ਉਸਾਰੀ ਆਰੰਭ ਕਰ ਦਿੱਤੀ ਗਈ। ਭਾਈ ਝੰਡਾ ਜੀ, ਜੋ ਬਾਬਾ ਬੁੱਢਾ ਜੀ ਦੀ ਸੰਤਾਨ ਵਿੱਚੋਂ ਸਨ, ਆਪ ਨਗਰ ਦੀ ਉਸਾਰੀ ਦੀ ਸਾਰੀ ਦੇਖਭਾਲ ਅਤੇ ਨਿਗਾਹਬਾਨੀ ਕਰ ਰਹੇ ਸਨ। ਇਸ ਨਗਰ ਦਾ ਨਕਸ਼ਾ ਗੁਰੂ ਸਾਹਿਬ ਜੀ ਨੇ ਆਪ ਉਲੀਕਿਆ ਸੀ। ਚੱਕ ਨਾਨਕੀ ਵਿਖੇ ਗੁਰੂ ਸਾਹਿਬ ਜੀ ਨੇ ਜਿਸ ਅਸਥਾਨ ਤੇ ਆਪਣੀ ਰਿਹਾਇਸ਼ ਰੱਖੀ, ਉਹ ਅਸਥਾਨ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਦੇ ਨਾਮ ਨਾਲ ਪ੍ਰਸਿੱਧ ਹੈ। ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਦੇ ਨਜ਼ਦੀਕ ਹੀ ਗੁਰਦੁਆਰਾ ਭੋਰਾ ਸਾਹਿਬ ਸੁਸ਼ੋਭਿਤ ਹੈ। ਇਤਿਹਾਸਿਕ ਸਰੋਤਾਂ ਅਨੁਸਾਰ ਇੱਥੇ ਬੈਠ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਕਾਲ ਪੁਰਖ ਦੀ ਬੰਦਗੀ ਕਰਿਆ ਕਰਦੇ ਸਨ। ਜਿੱਥੇ ਗੁਰੂ ਸਾਹਿਬ ਆਪ ਬੰਦਗੀ ਵਿੱਚ ਜੁੜਦੇ ਸਨ, ਉੱਥੇ ਉਹਨਾਂ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਲਈ ਸਾਨੂੰ ਵੀ ਨਾਮ, ਭਜਨ, ਬੰਦਗੀ ਦੇ ਰਾਹ ਤੇ ਤੋਰਨ ਲਈ ਪਥ ਪ੍ਰਦਰਸ਼ਕ ਬਣੇ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਜਦ ਚੱਕ ਨਾਨਕੀ ਨਗਰ ਵਸ ਗਿਆ ਤਾਂ ਗੁਰੂ ਤੇਗ ਬਹਾਦਰ ਜੀ ਨੇ ਪੂਰਬ ਵੱਲ ਜਾਣ ਦਾ ਵਿਚਾਰ ਬਣਾਇਆ। ਆਪ ਭਾਈ ਭਾਗੂ ਜੀ, ਰਾਮੇ ਜੀ, ਭਾਈ ਸਾਧੂ ਮੁਲਤਾਨੀ, ਭਾਈ ਬਹਿਲਕੋ ਆਦਿ ਸਿੱਖਾਂ ਨੂੰ ਨਗਰ ਦੀ ਉਸਾਰੀ ਦੀ ਜ਼ਿੰਮੇਵਾਰੀ ਸੌਂਪ ਕੇ ਪੂਰਬ ਵੱਲ ਨੂੰ
ਪਿਆਨਾ ਕੀਤਾ। ਗੁਰੂ ਜੀ ਨੇ ਕੀਰਤਪੁਰ ਤੋਂ ਤੁਰ ਕੇ ਭਰਤਗੜ੍ਹ, ਕਨੌਲੀ, ਦੁਗਰੀ, ਕੁਰਾਲੀ, ਘੜੂਆਂ ਤੋਂ ਹੁੰਦੇ ਹੋਏ ਆਨੰਦਪੁਰ ਚਰਨ ਪਾਏ। ਨਗਰ ਨੀਵਾਂ ਹੋਣ ਕਾਰਨ ਹਰ ਵਾਰੀ ਹੜ੍ਹਾਂ ਦੀ ਮਾਰ ਵਿੱਚ ਆ ਜਾਂਦਾ ਸੀ। ਮਹਾਰਾਜ ਨੇ ਆਪਣੀ ਅਗਵਾਈ ਕਰਕੇ ਪਿੰਡ ਦੇ ਗਿਰਦ ਬੰਨ੍ਹ ਲਗਵਾਇਆ, ਨਦੀ ਦਾ ਵੱਗ ਮੋੜਿਆ ਅਤੇ ਭਰਤੀ ਪਵਾ ਕੇ ਮਕਾਨਾਂ ਦੀ ਕੁਰਸੀ ਉੱਚੀ ਕੀਤੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਲੋਕ ਭਲਾਈ ਦੇ ਕਾਰਜ ਕਰਕੇ ਮਾਨਵਤਾ ਲਈ ਪੂਰਨੇ ਪਾਏ। ਇੱਥੋਂ ਗੁਰੂ ਸਾਹਿਬ ਜੀ ਅਸਾਮ ਵੱਲ ਚੱਲ ਪਏ। ਆਪ ਰੈਲੋ ਮਾਜਰਾ, ਟਹਿਲਪੁਰਾ, ਸੈਫਾਬਾਦ ਤੋਂ ਲੇਹਲ ਪਿੰਡ ਪਟਿਆਲਾ ਵਿਖੇ ਪਹੁੰਚੇ। ਉੱਥੋਂ ਦੀ ਇੱਕ ਮਾਈ ਕਰਮੋਦੇਈ ਜੋ ਚੇਚਕ ਤੋਂ ਦੁਖੀ ਹੋ ਗੁਰੂ ਦਰਸ਼ਨਾਂ ਨੂੰ ਆਈ। ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਤੇ ਮਾਈ ਦਾ ਰੋਗ ਕੱਟਿਆ ਗਿਆ। ਉਸਨੇ ਚਰਨ ਧੂੜ ਲੈ ਕੇ ਛਪੜੀ ਵਿੱਚ ਇਸ਼ਨਾਨ ਕੀਤਾ। ਸਾਰੇ ਪਿੰਡ ਨੇ ਵੀ ਚਰਨ ਪਰਸੇ ਤੇ ਰੋਗਾਂ ਤੋਂ ਖਲਾਸੀ ਪਾਈ। ਇਸ ਅਸਥਾਨ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਸੁਭਾਇਮਾਨ ਹੈ ਅਤੇ ਅੱਜ ਵੀ ਸੰਗਤਾਂ ਦਰਸ਼ਨ ਇਸ਼ਨਾਨ ਕਰਕੇ ਰੋਗਾਂ ਤੋਂ ਨਿਵਰਤੀ ਪ੍ਰਾਪਤ ਕਰਦੀਆਂ ਹਨ। ਪਟਿਆਲਾ ਵਿਖੇ ਗੁਰਦੁਆਰਾ ਮੋਤੀ ਬਾਗ ਸਾਹਿਬ ਵੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਨੂੰ ਤਾਜ਼ਾ ਕਰਵਾਉਂਦਾ ਹੈ। ਇੱਥੋਂ ਚੱਲ ਕੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤਮਤਾਨ ਵਿਖੇ ਪਹੁੰਚੇ। ਤਮਤਾਨ ਵਿਖੇ ਔਰੰਗਜ਼ੇਬ ਦਾ ਸੱਦਾ ਪਾ ਕੇ ਗੁਰੂ ਜੀ ਪੇਹੋਵਾ, ਥਾਨੇਸਰ, ਬਾਨੀ ਬਦਰਪੁਰ, ਕਰਨਾਲ, ਪਾਣੀਪਤ, ਸੋਨੀਪਤ ਤੋਂ ਹੁੰਦੇ ਹੋਏ ਦਿੱਲੀ ਪਹੁੰਚੇ। ਗੁਰੂ ਜੀ ਨੇ ਔਰੰਗਜ਼ੇਬ ਨਾਲ ਮੁਲਾਕਾਤ ਦੌਰਾਨ ਉਸ ਨੂੰ ਸਮਝਾਇਆ ਕਿ ਅੱਲਾਹ ਦੀ ਬਰਕਤ ਨਾਲ ਤੁਹਾਨੂੰ ਤਖਤ ਪ੍ਰਾਪਤ ਹੈ, ਸੋ ਇਹੀ ਧਰਮ ਬਣਦਾ ਹੈ ਕਿ ਸਭ ਨੂੰ ਇੱਕ ਅੱਖ ਨਾਲ ਦੇਖੋ। ਰਾਜ ਨਿਆਂ, ਹਲੀਮੀ, ਮਿਹਰ ਤੇ ਵਿਵੇਕ ਨਾਲ ਕਰਨਾ ਚਾਹੀਦਾ ਹੈ। ਔਰੰਗਜ਼ੇਬ ਨੇ ਚੁੱਪ ਧਾਰ ਲਈ। ਭਾਵੇਂ ਇਹ ਕਪਟ ਭਰੀ ਚੁੱਪ ਸੀ, ਪਰ ਉਸ ਫਿਰ ਗੁਰੂ ਤੇਗ ਬਹਾਦਰ ਜੀ ਸੰਬੰਧੀ ਕੋਈ ਗੱਲ ਨਹੀਂ ਗੌਲੀ। ਔਰੰਗਜ਼ੇਬ ਨਾਲ ਦਸੰਬਰ 1665 ਈਸਵੀ ਵਿੱਚ ਮੁਲਾਕਾਤ ਤੋਂ ਬਾਅਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਪੂਰਬ ਵੱਲ ਯਾਤਰਾ ਆਰੰਭ ਕੀਤੀ। ਦਿੱਲੀ ਤੋਂ ਆਪ ਜੀ ਮਥੁਰਾ ਸ਼ਹਿਰ ਕੰਸ ਟਿੱਲੇ ਪਾਸ ਜਾ ਬਿਰਾਜੇ। ਉੱਥੇ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੋਇਆ ਹੈ। ਬਿੰਦਰਾਬਨ ਗੋਕਲ ਤੋਂ ਹੁੰਦੇ ਹੋਏ ਯਮੁਨਾ ਪਾਰ ਆਗਰੇ ਮਾਈ ਭਾਗੋ ਦੇ ਅਸਥਾਨ, ਜਿਸ ਨੂੰ ਹੁਣ ਮਾਈ ਥਾਨ ਭਾਵ ਮਾਈ ਦਾ ਟਿਕਾਣਾ ਕਹਿੰਦੇ ਹਨ, ਦੇ ਅਸਥਾਨ ਤੇ ਪਹੁੰਚੇ। ਮਾਈ ਨੇ ਚਿਰਾਂ ਦੀ ਸਿੱਕ ਲਗਾਈ ਹੋਈ ਸੀ ਕਿ ਕਦ ਗੁਰੂ ਜੀ ਆਉਣ ਤੇ ਹੱਥੀਂ ਕੱਤਿਆ ਖੱਦਰ ਦਾ ਥਾਨ ਸਵੀਕਾਰ ਕਰਕੇ ਉਸ ਦੇ ਮਨ ਦੀਆਂ ਸੱਧਰਾਂ ਪੂਰੀਆਂ ਕਰਨ। ਬਿਰਧ ਹੋਣ ਦੇ ਬਾਵਜੂਦ ਉਸਨੇ ਹੱਥੀਂ ਸੇਵਾ ਕੀਤੀ ਅਤੇ ਸਦਕੇ ਹੁੰਦੀ ਰਹੀ। ਗੁਰੂ ਸਾਹਿਬ ਜੀ ਨੇ ਉਸ ਦੇ ਪ੍ਰੇਮ, ਸ਼ਰਧਾ ਤੇ ਲਗਨ ਨਾਲ ਕੀਤੀ ਅਰਦਾਸ ਨੂੰ ਪੂਰਾ ਕੀਤਾ ਤੇ ਅੱਜ ਵੀ ਕਰਦੇ ਹਨ। ਇਟਾਵਾ, ਕਾਨਪੁਰਾ, ਫਤਿਹਪੁਰ ਤੋਂ ਹੁੰਦੇ ਹੋਏ ਆਪ ਪ੍ਰਯਾਗ ਪਹੁੰਚੇ। ਆਪ ਜੀ ਨੇ ਆਪਣਾ ਟਿਕਾਣਾ ਅਹੀਆਪੁਰ ਮੁਹੱਲੇ ਵਿੱਚ ਕੀਤਾ, ਜਿੱਥੇ ਹੁਣ ਗੁਰਦੁਆਰਾ ਪੱਕੀ ਸੰਗਤ ਬਣਿਆ ਹੋਇਆ ਹੈ। 15 ਦਿਨ ਪ੍ਰਯਾਗ ਨਿਵਾਸ ਕੀਤਾ। ਲੋਕਾਂ ਨੂੰ ਵਹਿਮਾਂ ਭਰਮਾਂ, ਕੋਝੀਆਂ ਰੀਤੀਆਂ ਤੋਂ ਬਚਣ ਦਾ ਉਪਦੇਸ਼ ਕੀਤਾ। ਆਪ ਸੰਗਤਾਂ ਨੂੰ ਰੋਜ਼ ਉਪਦੇਸ਼ ਦਿੰਦੇ ਕਿ ਸਭ ਤੋਂ ਸ੍ਰੇਸ਼ਟ ਤੀਰਥ ਸਾਧ ਸੰਗਤ ਹੈ। ਗੁਰੂ ਸਾਹਿਬ ਜੀ
ਦੀ ਇਸ ਅਸਥਾਨ ਦੀ ਪ੍ਰਚਾਰਕ ਫੇਰੀ ਦਾ ਜ਼ਿਕਰ ਦਸਮ ਪਾਤਸ਼ਾਹ ਜੀ ਨੇ ਬਚਿੱਤਰ ਨਾਟਕ ਵਿੱਚ ਇਉਂ ਕੀਤਾ ਹੈ। मोर पित पूरब कियस पयाना, भांत भांत के तीर्थ नहाना। जब ही जात त्रिवेणी भये, पुण्य दान दिन कर तुद तय। पुण्य दान दिन कर तुद तय। पुण्य दान दिन कर तुद तय। ਅਲਾਹਾਬਾਦ ਤੋਂ ਗੁਰੂ ਸਾਹਿਬ ਮਿਰਜ਼ਾਪੁਰ ਪਹੁੰਚੇ। ਰਾਹ ਵਿੱਚ ਜਾਂਦਿਆਂ ਇੱਕ ਕੋਹੜੀ ਨੂੰ ਕੁਰਲਾਂਦਾ ਦੇਖ ਕੇ ਰੁਕ ਗਏ। ਉਸ ਦਾ ਦੁੱਖ ਦੂਰ ਕੀਤਾ ਤੇ ਆਪ ਜੀ ਨੇ ਜੁੜੀ ਸੰਗਤ ਨੂੰ ਫਰਮਾਇਆ ਕਿ ਇਹ ਕੋਹੜੀ ਆਪਣੇ ਕਰਮਾਂ ਕਰਕੇ ਦੁਖੀ ਹੈ, ਪਰ ਹਰ ਉਸ ਜੀਵ ਦੀ ਆਤਮਾ ਕੋਹੜੀ ਹੈ ਜੋ ਨਾਮ ਸਿਮਰਨ ਦਇਆ ਸੇਵਾ ਨਹੀਂ ਕਮਾਉਂਦਾ। ਗੁਰੂ ਜੀ ਨੇ ਬਿਲਾਵਲ ਰਾਗ ਵਿੱਚ ਨਾਮ ਨਾਲ ਜੁੜਨ ਲਈ ਇੰਜ ਪ੍ਰੇਰਿਤ ਕੀਤਾ ਹੈ। ਭਗਤ ਬਿਨਾ ਸਹਸਾ ਨਹਿ ਚੂਕੈ, ਗੁਰ ਇਹ ਭੇਦ ਬਤਾਵੈ। ਹਰ ਕੇ ਨਾਮ ਬਿਨਾ ਦੁਖ ਪਾਵੇ। ਗੁਰੂ ਜੀ ਅਲਾਹਾਬਾਦ ਤੋਂ ਚੱਲ ਕੇ ਮਿਰਜ਼ਾਪੁਰ ਤੋਂ ਹੁੰਦੇ ਹੋਏ ਬਨਾਰਸ ਪਹੁੰਚੇ। ਬਨਾਰਸ ਵਿੱਚ ਗੁਰੂ ਜੀ ਦਾ ਘੋੜਾ ਸ੍ਰੀ ਧਰ ਢਿੱਲਾ ਹੋ ਗਿਆ। ਆਪ ਜੀ ਦਾ ਆਗਰੇ ਜਾਣਾ ਜ਼ਰੂਰੀ ਸੀ। ਘੋੜੇ ਦਾ ਇਲਾਜ ਅਤੇ ਪੂਰਾ ਧਿਆਨ ਰੱਖਣ ਲਈ ਭਾਈ ਜਵੇਹਰੀ ਮੱਲ ਨੂੰ ਜ਼ਿੰਮੇਵਾਰੀ ਸੌਂਪੀ ਗਈ। ਭਾਵੇਂ ਆਪ ਜਾਣਦੇ ਸਨ ਕਿ ਸੰਗਤ ਪੂਰਾ ਧਿਆਨ ਤੇ ਇਲਾਜ ਕਰੇਗੀ, ਦਰਦਵੰਦ ਸਤਿਗੁਰੂ ਜੀ ਨੇ ਰਸਤੇ ਵਿੱਚੋਂ ਹੁਕਮਨਾਮਾ ਭਾਈ ਜਵੇਹਰੀ ਮੱਲ ਅਤੇ ਸਰਬੱਤ ਸੰਗਤ ਬਨਾਰਸ ਜੋਗ ਲਿਖਿਆ ਕਿ ਉਚੇਚਾ ਧਿਆਨ ਦੇਣਾ, ਜਿਸ ਤੋਂ ਗੁਰੂ ਸਾਹਿਬ ਜੀ ਦੇ ਦਇਆਵਾਨ ਸੁਭਾਅ ਮਾਨਵਤਾ ਲਈ ਹੀ ਨਹੀਂ, ਕੁਦਰਤ ਦੇ ਹਰ ਜੀਵ ਲਈ ਪ੍ਰਤੱਖ ਹੁੰਦਾ ਹੈ। ਇੱਥੋਂ ਗੁਰੂ ਸਾਹਿਬ ਕਾਂਚੀ ਬਨਾਰਸ ਦੇ ਲਾਗੇ ਹੀ ਸ਼ਹਿਰ ਸਸਰਾਮ ਪਹੁੰਚੇ। ਉੱਥੇ ਇੱਕ ਸਿੱਖ ਫੱਗੂ ਨਾਮ ਦਾ ਰਹਿੰਦਾ ਸੀ, ਜਿਸ ਨੂੰ ਪਿਆਰ ਸਤਿਕਾਰ ਨਾਲ ਸਭ ਚਾਚਾ ਕਹਿੰਦੇ ਸਨ। ਜਦ ਉਸਨੇ ਆਪਣਾ ਮਕਾਨ ਬਣਵਾਇਆ ਤਾਂ ਉਸਨੇ ਬਾਹਰਲਾ ਦਰਵਾਜ਼ਾ ਬਹੁਤ ਹੀ ਵੱਡਾ ਰੱਖਿਆ। ਜਦ ਲੋਕਾਂ ਪੁੱਛਿਆ ਕਿ ਤੂੰ ਦਰਵਾਜ਼ਾ ਇੰਨਾ ਵੱਡਾ, ਉੱਚਾ ਅਤੇ ਖੁੱਲ੍ਹਾ ਕਿਉਂ ਰੱਖਿਆ ਹੈ, ਤਾਂ ਚਾਚਾ ਫੱਗੂ ਜੀ ਨੇ ਕਿਹਾ ਕਿ ਜਦ ਗੁਰੂ ਤੇਗ ਬਹਾਦਰ ਜੀ ਆਉਣ ਤਾਂ ਉਹਨਾਂ ਨੂੰ ਬਾਹਰ ਨਾ ਹੀ ਉਤਰਨਾ ਪਵੇ, ਸਿੱਧੇ ਚੜੇ ਤੁਰੰਗ ਘਰ ਆਉਣ। ਉਸ ਦੀ ਮਨ ਦੀ ਇੱਛਾ ਪੂਰਨ ਕਰਦਿਆਂ ਹੋਇਆਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਨਾਰਸ ਤੋਂ ਸੰਗਤਾਂ ਸਮੇਤ ਘੋੜੇ 'ਤੇ ਸਵਾਰ ਹੀ ਚਾਚਾ ਫੱਗੂ ਜੀ ਦੇ ਮਕਾਨ ਅੰਦਰ ਗਏ ਅਤੇ ਵਿਹੜੇ ਵਿੱਚ ਦੀਵਾਨ ਲਗਾਇਆ। ਸਸਰਾਮ ਤੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਈ 1666 ਈਸਵੀ ਨੂੰ ਪਟਨਾ ਸਾਹਿਬ ਪੁੱਜੇ। ਪਟਨਾ ਵਿਖੇ ਗੁਰੂ ਤੇਗ ਬਹਾਦਰ ਜੀ ਨੇ ਪਹਿਲਾਂ ਬਾਗ ਵਿਖੇ ਇਮਲੀ ਦੇ ਦਰਖਤ ਹੇਠ ਟਿਕਾਣਾ ਕੀਤਾ, ਜਿਸ ਨੂੰ ਹੁਣ ਗੁਰੂ ਕਾ ਬਾਗ ਕਿਹਾ ਜਾਂਦਾ ਹੈ। ਆਪ ਦੇ ਚਰਨ ਪਾਉਣ ਨਾਲ ਸੁੱਕਾ ਹੋਇਆ ਬਾਗ ਹਰਾ ਹੋ ਗਿਆ। ਜਦ ਰਹੀਮ ਬਖਸ਼ ਦਰਸ਼ਨਾਂ ਨੂੰ ਆਇਆ ਤਾਂ ਆਪ ਜੀ ਨੇ ਪੁੱਛਿਆ ਕਿ ਇਹ ਬਾਗ ਕਿਸ ਦਾ ਹੈ। ਉਸਨੇ ਕਿਹਾ ਆਪ ਜੀ ਦਾ। 3 ਵਾਰੀ ਪੁੱਛਣ 'ਤੇ ਵੀ ਨਵਾਬ ਨੇ ਇਹੀ ਕਿਹਾ ਕਿ ਆਪ ਜੀ ਦਾ। ਨਵਾਬ ਵੱਲੋਂ ਦਿੱਤੇ ਜਵਾਬ ਤੋਂ ਇਹ ਪ੍ਰੇਰਨਾ ਮਿਲਦੀ ਹੈ ਕਿ ਸੰਸਾਰਿਕ ਵਸਤਾਂ ਨਾਲ ਮੋਹ ਨਹੀਂ ਕਰਨਾ ਚਾਹੀਦਾ। ਮੈਂ ਤੇ ਮੇਰੀ ਦਾ ਤਿਆਗ ਕਰਕੇ ਹੀ ਮਨੁੱਖ ਸੁੱਖ ਪਾਉਂਦਾ ਹੈ।
ਉੱਥੋਂ ਭਾਈ ਜਗਤਾ ਜੀ ਸੇਠ ਪਾਸ ਆਲਮਗੰਜ, ਜਿਸ ਨੂੰ ਹੁਣ ਗਊ ਘਾਟ ਕਹਿੰਦੇ ਹਨ, ਪਹੁੰਚੇ। ਘੋੜਾ ਆਪ ਜੀ ਨੇ ਹਰ ਸ਼ਿੰਗਾਰ ਦਰਖਤ ਨਾਲ ਬੰਨ੍ਹਿਆ ਸੀ। ਇੱਥੇ ਭਾਈ ਮਰਦਾਨਾ ਜੀ ਦੀ ਰਬਾਬ ਤੇ ਮਾਤਾ ਗੁਜਰੀ ਜੀ ਦੀ ਨਿੱਕੀ ਚੱਕੀ ਪਈ ਹੈ, ਜੋ ਦੱਸਦੀ ਹੈ ਕਿ ਮਾਤਾ ਜੀ ਸਫ਼ਰ ਵਿੱਚ ਵੀ ਹੱਥੀਂ ਸੇਵਾ ਕਰਦੇ ਸਨ। ਇੱਥੇ ਪ੍ਰਚਾਰ ਸਮੇਂ ਬੰਗਾਲ ਦੀ ਸੰਗਤ ਦਰਸ਼ਨਾਂ ਨੂੰ ਆ ਪਹੁੰਚੀ ਅਤੇ ਉਸ ਇਲਾਕੇ ਵਿੱਚ ਚਰਨ ਪਾਉਣ ਦੀ ਬੇਨਤੀ ਕੀਤੀ। ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਇੱਥੇ ਮਨ ਟਿਕਾਉਣ ਦੀ ਜੁਗਤ ਸਮਝਾਈ ਅਤੇ ਸਾਧੂ ਇਹ ਮਨ ਗਹਿਓ ਨਾ ਜਾਈ ਸ਼ਬਦ ਉਚਾਰਨ ਕੀਤਾ। ਪਟਨਾ ਸਾਹਿਬ ਵਿਖੇ ਹੀ ਮਾਮਾ ਕਿਰਪਾਲ ਚੰਦ, ਭਾਈ ਸੰਗਤੀਆ ਜੀ, ਭਾਈ ਦਿਆਲ ਦਾਸ, ਭਾਈ ਰਾਮ ਰਾਏ, ਭਾਈ ਦਰਬਾਰੀ, ਭਾਈ ਮੇਹਰ ਚੰਦ, ਭਾਈ ਮੁਰਲੀਧਰ, ਭਾਈ ਸਿੰਘਾ, ਭਾਈ ਦਰਿਆ ਆਦਿ ਸਿੱਖਾਂ ਨੂੰ ਪਰਿਵਾਰਕ ਜ਼ਿੰਮੇਵਾਰੀਆਂ ਦੀ ਸੌਂਪਣਾ ਕਰਕੇ ਗੁਰੂ ਸਾਹਿਬ ਅਕਤੂਬਰ 1666 ਈਸਵੀ ਨੂੰ ਆਪ ਅਸਾਮ ਦੀ ਯਾਤਰਾ ਲਈ ਚੱਲ ਪਏ। ਆਪ ਜੀ ਦੇ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ, ਬਾਬਾ ਗੁਰਦਿੱਤਾ ਜੀ ਅਤੇ ਕੀਰਤਨੀਏ ਸਨ। ਆਪ ਬਡਗਾਮ ਢਾਕਾ ਪਹੁੰਚੇ। ਇੱਥੇ ਸੁਸ਼ੋਭਿਤ ਗੁਰਦੁਆਰਾ, ਛੋਟੀ ਸੰਗਤ ਅਤੇ ਬੜੀ ਸੰਗਤ ਗੁਰੂ ਸਾਹਿਬ ਜੀ ਦੀ ਯਾਦ ਨੂੰ ਤਾਜ਼ਾ ਕਰਵਾਉਂਦੇ ਹਨ। ਢਾਕਾ ਵਿਖੇ ਬਲਾਕੀ ਦਾਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਟਿਕਾਣਾ ਸੰਗਤ ਟੋਲਾ ਵਿਖੇ ਕਰਵਾਇਆ। ਭਾਈ ਬਲਾਕੀ ਦਾਸ ਦੀ ਮਾਤਾ ਬਹੁਤ ਹੀ ਸ਼ਰਧਾ ਦੀ ਮੂਰਤ ਸੀ ਅਤੇ ਉਹਨਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬੈਠਣ ਲਈ ਜੋ ਸਿੰਘਾਸਨ ਬਣਾਇਆ ਸੀ, ਉਸ ਉੱਪਰ ਬੈਠ ਕੇ ਗੁਰੂ ਸਾਹਿਬ ਨੇ ਉਹਨਾਂ ਦੀ ਸ਼ਰਧਾ ਭਾਵਨਾ ਨੂੰ ਪੂਰਾ ਕੀਤਾ। ਮੱਕਾ ਵਿਖੇ ਹੀ ਭਾਈ ਮਿਹਰ ਚੰਦ, ਭਾਈ ਕਲਿਆਣਾ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਉਹਨਾਂ ਦੇ ਗ੍ਰਹਿ ਵਿਖੇ ਬਾਲਕ ਦੇ ਅਵਤਾਰ ਧਾਰਨ ਦੀ ਖਬਰ ਦੱਸੀ। ਗੁਰੂ ਸਾਹਿਬ ਜੀ ਨੇ ਪਟਨਾ ਦੀ ਸੰਗਤ ਦੇ ਨਾਮ ਉਹਨਾਂ ਦੀ ਸੇਵਾ ਦੇ ਬਦਲੇ ਬਹੁਤ ਸਾਰੀਆਂ ਅਸੀਸਾਂ ਹੁਕਮਨਾਮਿਆਂ ਦੇ ਰੂਪ ਵਿੱਚ ਲਿਖ ਭੇਜੀਆਂ। ਗੁਰੂ ਸਾਹਿਬ ਅਜੇ ਢਾਕੇ ਵਿੱਚ ਹੀ ਸਨ ਕਿ ਰਾਜਾ ਰਾਮ ਸਿੰਘ ਅਸਾਮ ਦੀ ਮੁਹਿੰਮ ਲਈ ਚੱਲ ਪਿਆ ਤੇ ਉਸਨੇ ਗੁਰੂ ਸਾਹਿਬ ਨੂੰ ਆਪਣੇ ਨਾਲ ਚੱਲਣ ਦੀ ਬੇਨਤੀ ਕੀਤੀ। ਇਸ ਸਮੇਂ ਔਰੰਗਜ਼ੇਬ, ਜੋ ਦਿੱਲੀ ਦੇ ਤਖਤ ਤੇ ਬਾਦਸ਼ਾਹ ਸੀ, ਉਸਨੇ ਉੱਤਰੀ ਭਾਰਤ, ਅਫਗਾਨਿਸਤਾਨ ਅਤੇ ਹੋਰ ਕਈ ਇਲਾਕਿਆਂ ਨੂੰ ਫਤਿਹ ਕਰ ਲਿਆ ਸੀ। ਉਸ ਦੀ ਨਜ਼ਰ ਹੁਣ ਪੱਛਮੀ ਭਾਰਤ ਵੱਲ ਸੀ, ਜਿਸ ਨੂੰ ਜਿੱਤਣ ਲਈ ਉਸਨੇ ਆਪਣਾ ਫੌਜਦਾਰ ਫਿਰੋਜ਼ ਖਾਨ ਭੇਜਿਆ, ਜੋ ਕਿ ਕਾਲੇ ਜਾਦੂ ਕਾਰਨ ਬਹੁਤ ਬੁਰੀ ਤਰ੍ਹਾਂ ਅਸਫਲ ਹੋ ਕੇ ਮਾਰਿਆ ਗਿਆ। ਇਸ ਤੋਂ ਪਿੱਛੋਂ ਉਸਨੇ ਰਾਜਾ ਰਾਮ ਸਿੰਘ ਨੂੰ ਅਸਾਮ ਦੀ ਮੁਹਿੰਮ ਲਈ ਭੇਜਿਆ। ਉਸਨੇ ਗੁਰੂ ਸਾਹਿਬ ਜੀ ਨੂੰ ਆਪਣੇ ਨਾਲ ਚੱਲਣ ਦੀ ਬੇਨਤੀ ਕੀਤੀ, ਕਿਉਂਕਿ ਉਸਨੂੰ ਭਰੋਸਾ ਸੀ ਕਿ ਗੁਰੂ ਜੀ ਦੇ ਨਾਲ ਹੋਣ ਕਾਰਨ ਫੌਜਾਂ ਵਿੱਚ ਹੌਸਲਾ ਬਣਿਆ ਰਹੇਗਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਢਾਕੇ ਤੋਂ ਚੱਲ ਕੇ ਧੂਬੜੀ ਦੇ ਅਸਥਾਨ ਉੱਪਰ ਜਾ ਡੇਰਾ ਕੀਤਾ, ਜਿੱਥੇ ਅੱਜ ਬਹੁਤ ਸੁੰਦਰ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਹੈ। ਅਸਾਮ ਦੇ ਰਾਜੇ ਚੱਕਰਧਵਜ ਸਿੰਘ ਵੱਲੋਂ ਜਾਦੂਗਰੀ ਨਾਲ ਫੌਜਾਂ ਨੂੰ ਡਰਾਉਣ ਦੇ ਅਸਫਲ ਯਤਨ ਕੀਤੇ ਗਏ। ਕਿਹਾ ਜਾਂਦਾ ਹੈ ਕਿ ਜਾਦੂਗਰਨੀ ਨੇ ਦੀਵਾਰ ਉਡਾ ਦਿੱਤੀ। ਉਹ ਅਸਮਾਨ ਵਿੱਚ ਉੱਡਦੀ ਤੇ ਮੂੰਹ ਵਿੱਚੋਂ ਅੱਗ ਕੱਢਦੀ ਸੀ। ਉਸਨੇ ਤੂਫਾਨ ਵੀ ਉਠਾਏ, ਪਰ ਗੁਰੂ ਸਾਹਿਬ ਜੀ ਅੱਗੇ ਉਹਨਾਂ ਦੀ ਇੱਕ ਨਾ ਚੱਲੇ, ਕਿਉਂਕਿ ਪੰਚਮ ਪਾਤਸ਼ਾਹ ਜੀ ਦਾ ਫਰਮਾਨ ਹੈ, ਨਾਨਕ ਨਾਮ ਆਰਾਧ ਸਭਨਾ ਤੇ ਵੱਡਾ, ਸਭ ਨਾਮੈ ਆਗੈ ਆਣ ਨਿਵਾਏ। ਸਭ ਜਾਦੂਗਰੀ
ਅਤੇ ਕਰਾਮਾਤਾਂ ਅਕਾਲ ਪੁਰਖ ਦੀ ਬੰਦਗੀ ਅੱਗੇ ਨਿਭ ਜਾਂਦੇ ਹਨ ਅਤੇ ਅਸਫਲ ਹੋ ਜਾਂਦੇ ਹਨ। ਸਫਲਤਾ ਨਾ ਮਿਲਦੀ ਵੇਖ ਕੇ ਰਾਜਾ ਚੱਕਰਧਵਜ ਸਿੰਘ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪੈ ਗਿਆ। ਗੁਰੂ ਸਾਹਿਬ ਜੀ ਨੇ ਦੋਨਾਂ ਹੀ ਰਾਜਿਆਂ ਵਿੱਚ ਆਪਸੀ ਸੁਲ੍ਹਾ ਕਰਵਾ ਦਿੱਤੀ ਅਤੇ ਧਰਤੀ ਵਿੱਚ ਇੱਕ ਖੰਜਰ ਗੱਡਿਆ, ਜਿੱਥੋਂ ਦੋਨਾਂ ਹੀ ਰਾਜਿਆਂ ਲਈ ਉਹਨਾਂ ਦੇ ਦੇਸ਼ਾਂ ਦੀ ਹੱਦ ਮੁਕਰਰ ਕਰ ਦਿੱਤੀ। ਇਸ ਅਸਥਾਨ 'ਤੇ ਅੱਜ ਵੀ ਗੁਰ ਖੰਜਰਪੁਰ ਵਸਿਆ ਹੋਇਆ ਹੈ। ਇਸ ਪਿੱਛੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਦੇ ਇਲਾਕਿਆਂ ਵਿੱਚ ਘੁੰਮਦੇ ਤੇ ਪ੍ਰਚਾਰ ਕਰਦੇ ਸੰਨ 1670 ਈਸਵੀ ਵਿੱਚ ਜਗਨਨਾਥਪੁਰੀ ਪੁੱਜੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਪਦੇਸ਼ ਆਪ ਜੀ ਨੇ ਦੁਹਰਾਇਆ ਕਿ ਨਿਰੰਕਾਰ ਦੀ ਆਰਤੀ ਬ੍ਰਹਿਮੰਡ ਕਰ ਰਿਹਾ ਹੈ। ਸਾਨੂੰ ਕਰਮਕਾਂਡ ਤੋਂ ਉੱਚੇ ਹੋ ਬ੍ਰਹਮ ਨੂੰ ਪਛਾਣਨਾ ਚਾਹੀਦਾ ਹੈ। ਇੱਥੋਂ ਆਪ ਜੀ ਉੜੀਸਾ ਭੁਵਨੇਸ਼ਵਰ ਤੋਂ ਹੁੰਦੇ ਹੋਏ ਪਟਨਾ ਸਾਹਿਬ ਪੁੱਜੇ। ਪਟਨਾ ਵਾਸੀਆਂ ਨੇ ਬਹੁਤ ਖੁਸ਼ੀਆਂ ਮਨਾਈਆਂ। ਦੂਜੇ ਪਾਸੇ ਔਰੰਗਜ਼ੇਬ ਨੇ ਕੱਟੜ ਨੀਤੀ ਦਾ ਐਲਾਨ ਕਰਕੇ ਮੰਦਰ ਢਾਉਣੇ ਸ਼ੁਰੂ ਕਰ ਦਿੱਤੇ ਅਤੇ ਪੂਜਾ ਪਾਠ ਦੀ ਵੀ ਸਖਤ ਮਨਾਹੀ ਕਰ ਦਿੱਤੀ। ਗੁਰੂ ਸਾਹਿਬ ਜੀ ਨੇ ਆਪਣੇ ਪਰਿਵਾਰ ਨੂੰ ਅਜੇ ਪਟਨਾ ਸਾਹਿਬ ਵਿਖੇ ਹੀ ਰਹਿਣ ਦਾ ਹੁਕਮ ਕੀਤਾ ਅਤੇ ਆਪ ਚੱਕ ਨਾਨਕੀ ਆ ਗਏ। ਸ਼੍ਰੀ ਗੁਰੂ ਤੇਗ ਬਹਾਦਰ ਜੀ ਲਗਭਗ 2 ਸਾਲ ਚੱਕ ਨਾਨਕੀ ਵਿਖੇ ਰਹੇ ਅਤੇ ਨਗਰ ਪੂਰੀ ਤਰ੍ਹਾਂ ਵਸ ਗਿਆ। ਆਪ ਨੇ ਪਰਿਵਾਰ ਨੂੰ ਚੱਕ ਨਾਨਕੀ ਆਉਣ ਦਾ ਸੱਦਾ ਭੇਜਿਆ। ਚੱਕ ਨਾਨਕੀ ਵਿਖੇ ਪਹੁੰਚਣ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬਾਲ ਗੋਬਿੰਦ ਰਾਏ ਜੀ ਦੀ ਸ਼ਸਤਰ ਵਿੱਦਿਆ ਤੇ ਸੰਸਾਰਿਕ ਵਿੱਦਿਆ ਦਾ ਪ੍ਰਬੰਧ ਕੀਤਾ। ਇਸ ਸਮੇਂ ਦੌਰਾਨ ਹੀ ਔਰੰਗਜ਼ੇਬ ਨੇ ਗੈਰ ਮੁਸਲਮਾਨਾਂ ਨੂੰ ਇੱਕ ਸਿਰੇ ਤੋਂ ਇਸਲਾਮ ਦੇ ਦਾਇਰੇ ਵਿੱਚ ਲਿਆਉਣ ਲਈ ਕਾਰਜ ਆਰੰਭ ਕਰ ਦਿੱਤੇ। ਉਸਨੇ ਸਭ ਤੋਂ ਪਹਿਲਾ ਇਲਾਕਾ ਕਸ਼ਮੀਰ ਨੂੰ ਚੁਣਿਆ, ਕਿਉਂਕਿ ਕਸ਼ਮੀਰ ਬ੍ਰਾਹਮਣਾਂ ਦਾ ਗੜ੍ਹ ਸੀ। ਉਸਨੇ ਇਫਤਿਖਾਰ ਖਾਨ ਨੂੰ ਕਸ਼ਮੀਰ ਦਾ ਗਵਰਨਰ ਥਾਪਿਆ ਅਤੇ ਗੈਰ ਧਰਮਾਂ ਦੇ ਲੋਕਾਂ ਨੂੰ ਜਬਰਨ ਧਰਮ ਬਦਲਣ ਲਈ ਮਜਬੂਰ ਕੀਤਾ। ਕਸ਼ਮੀਰ ਦੇ ਬ੍ਰਾਹਮਣ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਧਰਮ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਬੇਨਤੀ ਕਰਨ ਆਏ। एक आसरा आप गुसाई, गहो बाहा डुबत सब जाई। निज करुणा तरनी बर तरो, करन धार बन पारे करो। राखो अब हिंदुन की टेक, नाहित जग में रहे नायक। राखो अब हिंदुन की टेक। ਉਹਨਾਂ ਕਿਹਾ, ਤੁਸੀਂ ਪ੍ਰਭੂ ਦੇ ਅਵਤਾਰ ਹੋ, ਸਾਡੀ ਬਾਂਹ ਪਕੜੋ ਅਤੇ ਬੇੜੀ ਉੱਤੇ ਚਾੜ ਕੇ ਮਲਾਹ ਬਣ ਪਾਰ ਕਰੋ। ਸਿਰਫ ਤੁਹਾਡਾ ਹੀ ਆਸਰਾ ਹੈ। ਹਿੰਦੂਆਂ ਦੀ ਟੇਕ ਤੁਸੀਂ ਹੋ। ਜੇ ਤੁਸਾਂ ਬਾਂਹ ਨਾ ਪਕੜੀ ਤਾਂ ਜੱਗ ਵਿੱਚ ਇੱਕ ਵੀ ਹਿੰਦੂ ਨਹੀਂ ਦਿਸਣ ਲੱਗਾ। ਤਾਂ 9 ਸਾਲ ਦੇ ਬਾਲ ਗੋਬਿੰਦ ਰਾਏ ਜੀ ਨੇ ਪਿਤਾ ਜੀ ਨੂੰ ਕਿਹਾ ਕਿ ਆਪ ਤੋਂ ਇਲਾਵਾ ਹੋਰ ਕੌਣ ਇਹਨਾਂ ਦੀ ਬਾਂਹ ਫੜੇਗਾ। ਕੋਈ ਐਸਾ ਨਹੀਂ ਜੋ ਦੁਖੀ ਅਤੇ ਸ਼ਰਨ ਆਇਆਂ ਦੀ ਬਾਂਹ ਫੜ ਸਕੇ। ਪੱਟ ਚਾਂਦ ਜੀ ਨੇ ਇਸ ਸਮੇਂ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਕਲਮਬੰਦ ਕੀਤਾ। ਬਾਂਹ ਜਿਨ੍ਹਾਂ ਦੀ ਪਕੜੀ ਐ, ਬਾਂਹ ਜਿਨ੍ਹਾਂ ਦੀ ਪਕੜੀ ਐ, ਸਿਰ ਦੀ ਜੈ ਬਾਂਹ ਨਾ ਛੋੜੀਏ। ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ। ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਰਨ ਆਇਆਂ ਦੀ ਲਾਜ਼ ਰੱਖਦਿਆਂ ਕਸ਼ਮੀਰੀ ਪੰਡਤਾਂ ਨੂੰ ਕਹਿ ਦਿੱਤਾ ਕਿ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇ ਉਹ ਤੇਗ ਬਹਾਦਰ ਨੂੰ ਧਰਮ ਤਬਦੀਲ ਕਰਨ ਲਈ ਮਨਾ ਲੈਣ ਤਾਂ ਉਹ ਆਪ ਹੀ ਸਾਰੇ ਧਰਮ ਤਬਦੀਲ ਕਰ ਲੈਣਗੇ। ਦੂਜੇ ਪਾਸੇ
ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਗ੍ਰਿਫਤਾਰੀ ਲਈ ਤਿਆਰੀ ਕਰਨੀ ਆਰੰਭ ਕਰ ਦਿੱਤੀ, ਕਿਉਂਕਿ ਉਹ ਜਾਣਦੇ ਸਨ ਕਿ ਸਿਰ ਦਿੱਤੇ ਬਿਨਾਂ ਇਸ ਜ਼ੁਲਮ ਨੂੰ ਠੱਲ ਨਹੀਂ ਪਾਈ ਜਾ ਸਕਦੀ। ਉਹਨਾਂ 8 ਜੁਲਾਈ 1675 ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਗੋਬਿੰਦ ਰਾਏ ਜੀ ਨੂੰ ਸੌਂਪ ਕੇ ਕੁਝ ਮੁਖੀ ਸਿੱਖਾਂ ਨਾਲ 11 ਜੁਲਾਈ ਨੂੰ ਦਿੱਲੀ ਵੱਲ ਕੂਚ ਕਰ ਦਿੱਤਾ। ਆਪ ਪੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ ਦਾ ਉਪਦੇਸ਼ ਦਿੰਦੇ ਹੋਏ ਆਗਰੇ ਵਿਖੇ ਪਹੁੰਚੇ। ਆਪ ਨੇ ਇੱਕ ਆਜੜੀ ਸੈਯਦ ਅਲੀ ਰਾਹੀਂ ਪ੍ਰਗਟ ਹੋ ਕੇ ਗ੍ਰਿਫਤਾਰੀ ਦਿੱਤੀ। ਗੁਰੂ ਜੀ ਨੂੰ ਸਿੱਖਾਂ ਸਮੇਤ ਗ੍ਰਿਫਤਾਰ ਕਰਕੇ ਸਖਤ ਪਹਿਰੇ ਹੇਠ ਆਗਰੇ ਤੋਂ ਦਿੱਲੀ ਲਿਆਂਦਾ ਗਿਆ। ਸ਼ਾਹੀ ਕਾਜੀ ਅਤੇ ਔਰੰਗਜ਼ੇਬ ਦੇ ਵਜ਼ੀਰਾਂ ਤੇ ਅਹਿਲਕਾਰਾਂ ਨੇ ਗੁਰੂ ਜੀ ਨੂੰ ਲਾਲਚ ਅਤੇ ਡਰਾਵੇ ਦਿੱਤੇ। ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ, ਜਗ ਰਚਨਾ ਸਭ ਝੂਠ ਹੈ, ਜਾਨ ਲੈ ਹੋ ਰੇ ਮੀਤ। ਕਹਿ ਨਾਨਕ ਥਿਰ ਨਾ ਰਹਿ, ਜਿਉ ਬਾਲੂ ਕੀ ਪੀਤ। ਰਾਮ ਗਇਓ ਰਾਵਣ ਗਇਓ, ਜਾ ਕਉ ਬਹੁ ਪਰਵਾਰ। ਕਹु ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਉਹਨਾਂ ਗੁੱਸੇ ਵਿੱਚ ਆ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹੋਰ ਤਸੀਹੇ ਦੇਣ ਵਾਸਤੇ ਪਿੰਜਰੇ ਵਿੱਚ ਕੈਦ ਰੱਖਿਆ ਗਿਆ। ਦੀਨ ਵਿੱਚ ਆਉਣ ਜਾਂ ਕਰਾਮਾਤ ਦਿਖਾਉਣ ਲਈ ਕਈ ਵਾਰ ਕਿਹਾ ਗਿਆ। ਉਹਨਾਂ ਕਰਾਮਾਤ ਨੂੰ ਕਹਿਰ ਦਾ ਨਾਮ ਦੱਸਿਆ ਅਤੇ ਤੀਜੀ ਸ਼ਰਤ ਮੌਤ ਨੂੰ ਕਬੂਲ ਕੀਤਾ। 9ਵੇਂ ਪਾਤਸ਼ਾਹ ਜੀ ਨੂੰ ਡਰਾਉਣ ਦੀ ਖਾਤਰ ਉਹਨਾਂ ਦੇ ਨਾਲ ਗਏ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਨ ਦਾ ਹੁਕਮ ਕੀਤਾ ਗਿਆ। ਭਾਈ ਮਤੀ ਦਾਸ ਜੀ ਕੋਲੋਂ ਉਹਨਾਂ ਦੀ ਆਖਰੀ ਇੱਛਾ ਪੁੱਛੀ ਗਈ ਤਾਂ ਭਾਈ ਮਤੀ ਦਾਸ ਜੀ ਦੇ ਬੁੱਲਾਂ ਨੂੰ ਕਿਸੇ ਕਵੀ ਨੇ ਇਉਂ ਬਿਆਨ ਕੀਤਾ ਹੈ, ਆਰਾ ਪਿਆਰਾ ਲੱਗਦਾ ਹੈ, ਕਾਰਾ ਕਰੋ ਬਨਾਏ। ਸੀਸ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਉਹਨਾਂ ਕਿਹਾ ਕਿ ਮੇਰਾ ਮੂੰਹ ਉਸ ਪਿੰਜਰੇ ਵੱਲ ਕਰ ਦਿੱਤਾ ਜਾਏ ਜਿੱਥੇ ਮੇਰਾ ਮਾਹੀ ਪ੍ਰੀਤਮ ਕੈਦ ਹੈ, ਤਾਂ ਕਿ ਮੈਂ ਅੰਤਲੇ ਸੁਆਸਾਂ ਸਮੇਂ ਵੀ ਉਸ ਦੇ ਦਰਸ਼ਨ ਕਰ ਸਕਾਂ। ਭਾਈ ਮਤੀ ਦਾਸ ਜੀ ਦੇ ਸੀਸ ਉੱਪਰ ਜਿਵੇਂ ਹੀ ਆਰਾ ਰੱਖਿਆ ਗਿਆ, ਉਹਨਾਂ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ। ਜਪਜੀ ਸਾਹਿਬ ਦੇ ਪਾਠ ਦੀ ਸਮਾਪਤੀ ਤੱਕ ਭਾਈ ਮਤੀ ਦਾਸ ਜੀ ਦਾ ਸਰੀਰ 2 ਫਾੜ ਹੋ ਗਿਆ। ਦੇਖਣ ਵਾਲਿਆਂ ਦੇ ਰੰਗੌਟੇ ਖੜੇ ਹੋ ਗਏ। ਫਿਰ ਭਾਈ ਦਿਆਲਾ ਜੀ ਦੀ ਵਾਰੀ ਆਈ। ਚਾਂਦਨੀ ਚੌਂਕ ਦੇ ਖੂਹ ਕੋਲ ਹਲਵਾਈ ਦੀ ਦੁਕਾਨ ਵਿੱਚ ਦੇਗ ਵਿੱਚ ਗਰਮ ਪਾਣੀ ਉਬਲ ਰਿਹਾ ਸੀ। ਭਾਈ ਦਿਆਲਾ ਜੀ ਨੂੰ ਉੱਥੇ ਲਿਆਂਦਾ ਗਿਆ ਤੇ ਉਬਲਦੀ ਦੇਗ ਵਿੱਚ ਬੈਠਣ ਦਾ ਹੁਕਮ ਕੀਤਾ ਗਿਆ। ਆਪ ਜੀ ਨੇ ਗੁਰੂ ਸਾਹਿਬ ਜੀ ਨੂੰ ਸੀਸ ਨਿਵਾਇਆ ਤੇ ਉਬਲਦੀ ਦੇਗ ਵਿੱਚ ਇਸ ਤਰ੍ਹਾਂ ਬੈਠ ਗਏ ਜਿਵੇਂ ਥੜੇ ਉੱਪਰ ਚੌਂਕੜਾ ਲਾ ਕੇ ਬੈਠੀਦਾ ਹੈ। ਮੁਖ ਤੋਂ ਗੁਰਬਾਣੀ ਆਰੰਭ ਕਰ ਦਿੱਤੀ। ਸਿੱਖ ਦਾ ਸਰੀਰ ਪਾਣੀ ਵਿੱਚ ਉਬਲ ਰਿਹਾ ਸੀ, ਪਰ ਬਿਰਤੀ ਪੂਰੀ ਤਰ੍ਹਾਂ ਟਿਕਾਓ ਵਿੱਚ ਸੀ। ਚਿਹਰੇ ਦਾ ਰੰਗ ਉਸੇ ਤਰ੍ਹਾਂ ਲਾਲ ਸੀ, ਪਰ ਬਿਨਾਂ ਰੋਕ ਟੋਕ ਜ਼ੁਬਾਨ ਇਕਸਾਰ ਪਾਠ ਕਰਦੀ ਰਹੀ। ਕੁਝ ਸਮੇਂ ਪਿੱਛੋਂ ਸਰੀਰ ਗਲ ਗਿਆ ਤੇ ਹੌਲੀ ਹੌਲੀ ਮਾਸ ਅੰਗਾਂ ਤੋਂ ਵੱਖ ਹੋਣ ਲੱਗ ਪਿਆ। ਇਸ ਤਰ੍ਹਾਂ ਇਹ ਸਿੱਧਕੀ ਸਿੱਖ ਵੀ ਧਰਮ ਦੀ ਆਜ਼ਾਦੀ ਲਈ ਆਪਣੇ ਗੁਰੂ ਦੇ ਹੁਕਮ ਤੇ ਅਕਾਲ ਪੁਰਖ ਦੇ ਪਾਣੇ ਨੂੰ ਮੰਨਦਿਆਂ ਸ਼ਹੀਦ ਹੋ ਗਿਆ। ਇਸ ਤੋਂ ਬਾਅਦ ਭਾਈ ਸਤੀ ਦਾਸ ਜੀ ਦੀ ਵਾਰੀ ਆਈ। ਆਪ ਨੇ ਆਪਣੇ ਪਹਿਲੇ ਦੋਨਾਂ ਸਾਥੀਆਂ ਵਾਂਗ ਗੁਰੂ ਤੋਂ ਬੇਮੁਖ ਹੋ ਕੇ ਜਿਉਣ ਨਾਲੋਂ ਗੁਰੂ ਦੇ ਸਨਮੁਖ ਮੌਤ ਨੂੰ ਤਰਜੀਹ ਦਿੱਤੀ। ਭਾਈ ਸਤੀ ਦਾਸ ਜੀ ਨੂੰ ਇੱਕ ਥੰਮ ਨਾਲ ਬੰਨ੍ਹ ਕੇ ਉਹਨਾਂ ਦੇ ਸਾਰੇ ਸਰੀਰ ਦੁਆਲੇ ਰੂੰ ਲਪੇਟਿਆ ਗਿਆ ਤੇ ਰੂੰ ਨੂੰ ਅੱਗ ਲਗਾ ਦਿੱਤੀ ਗਈ। ਉਹ ਸ਼ਾਂਤ ਚਿੱਤ ਖੜੇ ਪਾਠ ਕਰਦੇ ਰਹੇ ਤੇ ਨਜ਼ਰਾਂ ਸਾਹਮਣੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਦੀਆਂ ਰਹੀਆਂ। ਸਰੀਰ ਸੜ ਗਿਆ, ਆਤਮਾ ਸਰੀਰ ਦਾ ਸਾਥ ਛੱਡ ਗਈ, ਪਰ ਭਾਈ ਸਤੀ ਦਾਸ ਜੀ ਧੱਕੇ ਅਤੇ ਜ਼ੁਲਮ ਅੱਗੇ ਨਾ ਝੁਕੇ। ਇਹਨਾਂ ਤਿੰਨਾਂ ਸਿੰਘਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਉਹ 11 ਨਵੰਬਰ
1675 ਦਾ ਦਿਨ ਵੀ ਆਇਆ। ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕਰਨ ਲਈ ਨਗਰ ਵਿੱਚ ਢੰਡੋਰਾ ਪਿਟਵਾਇਆ ਗਿਆ ਕਿ ਸਿੱਖਾਂ ਦੇ 9ਵੇਂ ਗੁਰੂ ਨੂੰ ਚਾਂਦਨੀ ਚੌਂਕ ਦੇ ਭਰੇ ਬਾਜ਼ਾਰ ਵਿੱਚ ਮੌਤ ਦੇ ਘਾਟ ਉਤਾਰਿਆ ਜਾਵੇਗਾ। ਗੁਰੂ ਜੀ ਨੂੰ ਪਿੰਜਰੇ ਵਿੱਚੋਂ ਕੱਢ ਕੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਲਿਆਂਦਾ ਗਿਆ। ਸ਼੍ਰੀ ਗੁਰੂ ਤੇਗ ਬਹਾਦਰ ਜੀ ਆਪਣੀ ਇੱਛਾ ਅਨੁਸਾਰ ਖੂਹ ਤੋਂ ਇਸ਼ਨਾਨ ਕਰਕੇ ਪੋਹੜ ਦੇ ਦਰਖਤ ਹੇਠ ਥੜੇ ਉੱਪਰ ਜਾ ਬਿਰਾਜੇ। ਆਪ ਨੇ ਆਪਣਾ ਚਿੱਤ ਉਸ ਅਕਾਲ ਪੁਰਖ ਦੀ ਯਾਦ ਵਿੱਚ ਜੋੜਿਆ। ਜਦ ਆਪ ਨੇ ਸ਼ੁਕਰਾਨੇ ਵਜੋਂ ਸੀਸ ਨਿਵਾਇਆ ਤਾਂ ਸਮਾਣੇ ਦੇ ਜਲਾਲੁਦੀਨ ਨੇ ਤਲਵਾਰ ਦਾ ਵਾਰ ਕਰਕੇ ਗੁਰੂ ਸਾਹਿਬ ਜੀ ਦਾ ਪਵਿੱਤਰ ਸੀਸ ਧੜ ਤੋਂ ਅਲੱਗ ਕਰ ਦਿੱਤਾ। 9ਵੇਂ ਪਾਤਸ਼ਾਹ ਜੀ ਨੇ ਜਿਸ ਜਨੇਊ ਨੂੰ ਪਹਿਲੇ ਜਾਮੇ ਦੀ 9 ਸਾਲ ਦੀ ਉਮਰ ਵਿੱਚ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਜਨੇਊ ਤੇ ਤਿਲਕ ਵਿੱਚ ਉਹਨਾਂ ਦਾ ਕੋਈ ਅਕੀਦਾ ਨਹੀਂ ਸੀ, ਉਸ ਨੂੰ ਬਚਾਉਣ ਖਾਤਰ ਜ਼ੁਲਮ ਦੀ ਵਿਰੋਧਤਾ ਕਰਦਿਆਂ ਧਰਮ ਦੀ ਆਜ਼ਾਦੀ ਦੀ ਖਾਤਰ ਆਪ ਜੀ ਨੇ ਚਾਂਦਨੀ ਚੌਕ ਦਿੱਲੀ ਵਿਖੇ ਆਪਾ ਕੁਰਬਾਨ ਕਰ ਦਿੱਤਾ। ਗੁਰੂ ਜੀ ਦੇ ਸੀਸ ਨੂੰ ਅਨੰਦਪੁਰ ਸਾਹਿਬ ਪਹੁੰਚਾਉਣ ਦੀ ਮਹਾਨ ਸੇਵਾ ਭਾਈ ਜੈਤਾ ਜੀ ਨੇ ਕੀਤੀ। ਇਹਨਾਂ ਦੇ ਨਾਲ ਭਾਈ ਨਨੂਆ ਅਤੇ ਭਾਈ ਅੱਡਾ ਜੀ ਵੀ ਸਨ। ਉੱਧਰ ਗੁਰੂ ਜੀ ਦੇ ਤੜ ਦਾ ਸੰਸਕਾਰ ਕਰਨ ਲਈ ਭਾਈ ਲੱਖੀ ਸ਼ਾਹ ਬੜੀ ਹੁਸ਼ਿਆਰੀ ਨਾਲ ਆਪਣੇ ਸਪੁੱਤਰ ਭਾਈ ਨਗਾਹੀਆ, ਭਾਈ ਉਦਾ ਜੀ ਤੇ ਭਾਈ ਗੁਰਦਿੱਤਾ ਜੀ ਦੀ ਮਦਦ ਨਾਲ ਗੁਰੂ ਜੀ ਦਾ ਧੜ ਰੂਹ ਵਾਲੇ ਗੱਡੇ ਵਿੱਚ ਲੱਦ ਕੇ ਆਪਣੇ ਘਰ ਲੈ ਗਏ, ਜਿੱਥੇ ਉਸਨੇ ਆਪਣੇ ਘਰ ਦੇ ਅੰਦਰ ਚਿਖਾ ਬਣਾ ਕੇ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ। ਇਸ ਥਾਂ ਹੁਣ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਸਥਿਤ ਹੈ, ਜਿੱਥੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ। ਉੱਥੇ ਹੁਣ ਗੁਰਦੁਆਰਾ ਸੀਸਗੰਜ ਸਾਹਿਬ ਸੁਭਾਏਮਾਨ ਹੈ। ਬਚਿੱਤਰ ਨਾਟਕ ਵਿੱਚ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਇਉਂ ਬਿਆਨ ਕੀਤਾ ਹੈ। ठीकर फोर दलीस सिर प्रभ पोर किया बयान तेग बहादुर सी क्रिया करी न किन हुआ तेग बहादुर के चलत पयो जगत को शोक है सब जग भयो जय 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 सुरलोक जय 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 सुरलोक। ਇਸ ਕਨਿੰਗਮ ਦੇ ਸ਼ਬਦਾਂ ਵਿੱਚ ਇਹ ਕਹਿਣਾ ਬਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਗੁਰੂ ਜੀ ਦੇ ਸ਼ਹਾਦਤ ਦੇ ਕਾਰਨਾਂ ਨੂੰ ਘੋਖਿਆ, ਔਰੰਗਜ਼ੇਬ ਦੀ ਤਸਵੀ ਧਾਰਮਿਕ ਨੀਤੀ ਨੂੰ ਵੇਖਿਆ। ਤਜਰਬੇ, ਸੂਝ ਅਤੇ ਸਿਆਣਪ ਨੇ ਉਹਨਾਂ ਤੇ ਪ੍ਰਗਟ ਕਰ ਦਿੱਤਾ ਕਿ ਉਹ ਆਪਣੇ ਹਮਵਤਨਾਂ ਨੂੰ ਮੁੜ ਨਵੇਂ ਸਿਰਿਓਂ ਉਠਾਉਣ ਤੇ ਗੁਰੂ ਨਾਨਕ ਦੇ ਮੋਟੇ ਅਸੂਲਾਂ ਨੂੰ ਨਿਰਣਾਜਨਕ ਰੂਪ ਦੇਣ। ਐਸੀ ਰੂਹ ਫੂਕੀ ਕਿ ਨਾ ਸਿਰਫ ਸਿੱਖਾਂ ਦੇ ਮਨਾਂ ਨੂੰ ਬਦਲ ਦਿੱਤਾ, ਸਗੋਂ ਹਰ ਪੱਖੋਂ ਬਲਵਾਨ ਤੇ ਤਗੜਾ ਕਰ ਦਿੱਤਾ। ਅਕਲ ਤੇ ਸ਼ਕਲ ਦੋਵੇਂ ਹੀ ਬਦਲਾ ਦਿੱਤੀਆਂ। ਸਿੱਖਾਂ ਦੀ ਨੁਹਾਰ ਸੰਸਾਰ ਭਰ ਤੋਂ ਵੱਖਰੀ ਹੋ ਗਈ ਤੇ ਸਿੱਖਾਂ ਨੇ ਉਹ ਕਾਰਨਾਮੇ ਕਰ ਦਿਖਾਏ ਜੋ ਕਿਸੇ ਕੌਮ ਕੋਲੋਂ ਨਾ ਹੋ ਸਕੇ। ਸੋ ਇਹ ਸਾਕਾ ਖਾਲਸਾ ਕੌਮ ਦੀ ਸਿਰਜਣਾ ਦੀ ਨੀਂਹ ਬਣਿਆ। प्रगट पए गुर तेग बहादुर सगल श्रेष्ठ पेटा चादर। प्रगट पए गुर तेग बहादुर
सगल श्रेष्ठ पेटा पीचादर। करम तरम की जिन पत राखी, करम तरम की जिन पत राखी, अटल करी कल जुग में साखी। तीन लोक में जय जय भई, सतगुर पैज राख इमलई। तीन लोक में जय जय भई, सतगुर पैज राख इमलई। ਗੁਰ ਇਤਿਹਾਸ ਆਪ ਜੀ ਨਾਲ ਸਾਂਝਾ ਕਰਦਿਆਂ ਹੋਇਆਂ ਕਈ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਉਸ ਲਈ ਖਿਮਾ ਦੇ ਜਾਚਕ ਹਾਂ। ਗੁਰੂ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ ਗੁਰ ਇਤਿਹਾਸ ਬੱਚਿਆਂ ਅਤੇ ਜਗ ਤੱਕ ਪਹੁੰਚਾਉਣ ਲਈ ਚੀਫ ਖਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।